ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ TV ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ TV ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ TV ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 71 ਦੇ ਉੱਪਰ ਅੰਕਿਤ ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਸ਼ਬਦ ਹੈ, 8 ਪਦਿਆਂ ਵਾਲਾ ਸ੍ਰੀ ਰਾਗ ਦੀ 27ਵੀਂ ਅਸ਼ਟਪਦੀ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਦੂਜੀ ਅਸ਼ਟਪਦੀ ਦੀਦਾਰ ਕਰਾਂਗੇ। ਬੜਾ ਕਮਾਲ ਦਾ ਨੁਕਤਾ ਹੈ ਔਰ ਇਹ ਕਨਸੈਪਟ ਬਹੁਤ ਘੱਟ ਸਾਡੇ ਤੱਕ ਪਹੁੰਚਿਆ। ਆਓ ਕਰੀਏ ਦੀਦਾਰ। ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਪੰਜਵਾਂ। ਸ੍ਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਪੰਜਵੇਂ ਘਰ ਵਿੱਚ ਗਾਉਣ ਦਾ ਹੁਕਮ ਹੈ। ਇਹ ਗੱਲ ਸਮਝ ਲੈਣੀ, ਗੁਰੂ ਦਾ ਮਾਰਗ ਰੱਬ ਨੂੰ ਸਮਰਪਿਤ ਹੋ ਕੇ, ਗੁਰੂ ਦੇ ਉਪਦੇਸ਼ਾਂ ਨੂੰ ਸਮਰਪਿਤ ਹੋ ਕੇ ਜਿਉਣਾ, ਗੁਰੂ ਦੇ ਉਪਦੇਸ਼ ਅਨੁਸਾਰ ਸੁਭਾਅ ਬਣ ਜਾਣਾ, ਸੋਚ ਬਣ ਜਾਣੀ, ਇਹ ਸਿੱਖੀ ਦਾ ਮਾਰਗ ਹੈ। ਕਈ ਵਾਰੀ ਸਾਨੂੰ ਜਿਹੜੀ ਭਗਤੀ ਸਿਖਾਈ ਜਾਂਦੀ ਹੈ, ਉਹ ਕਈ ਵਾਰੀ ਹੋਰ ਧਰਮਾਂ ਤੋਂ ਪ੍ਰਭਾਵਿਤ ਹੋ ਕੇ ਉਸ ਤਰ੍ਹਾਂ ਦੀ ਸਿਖਾ ਦਿੱਤੀ ਜਾਂਦੀ ਹੈ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਝਾਤੀ ਨਾ ਮਾਰਨ ਕਰਕੇ ਅਸੀਂ ਵੀ ਪਿੱਛੇ ਲੱਗ ਜਾਂਦੇ ਹਾਂ। ਇਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਭਗਤੀਆਂ ਦਾ ਜ਼ਿਕਰ ਕੀਤਾ ਹੈ ਤੇ ਸਤਿਗੁਰੂ 8ਵੀਂ ਪਦੇ ਦੇ ਵਿੱਚ ਕਹਿੰਦੇ ਨੇ, ਇਹ ਮੈਂ ਛੱਡ ਦਿੱਤਾ ਹੈ ਸਾਰਾ, ਮੈਂ ਇਹਨਾਂ ਦੇ ਨਾਲ ਸਹਿਮਤ ਨਹੀਂ ਤੇ ਮੈਂ ਇੱਕ ਨਵੀਂ ਕਿਸਮ ਦੀ ਭਗਤੀ, ਰੱਬ ਨੂੰ ਸਮਰਪਿਤ ਹੋਣਾ, ਗੁਰੂ ਨੂੰ ਸਮਰਪਿਤ ਹੋਣਾ, ਉਸ ਭਗਤੀ ਵੱਲ ਸਾਨੂੰ ਲਾ ਰਹੇ ਨੇ। ਹੁਣ ਦੇਖਿਓ ਕਿਸ ਕਿਸ ਤਰ੍ਹਾਂ ਦੀਆਂ ਭਗਤੀਆਂ ਦਾ ਜ਼ਿਕਰ ਕੀਤਾ ਹੋਇਆ ਤੇ ਆਪਾਂ ਇਹ ਵੀ ਝਾਤੀ ਮਾਰਨੀ ਹੈ ਕਿਤੇ ਸਾਨੂੰ ਇਹਨਾਂ ਚੋਂ ਕਿਸੇ ਕਿਸਮ ਦੀ ਭਗਤੀ ਤਾਂ ਨਹੀਂ ਕਿਸੇ ਨੇ ਸਿਖਾ ਦਿੱਤੀ ਤੇ ਅਸੀਂ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਦੇ ਉਪਦੇਸ਼ਾਂ ਦੇ ਦੀਦਾਰ ਨਾ ਕਰਨ ਕਰਕੇ ਕਿਤੇ ਅਸੀਂ ਵੀ ਕਿਸੇ ਦੇ ਕਹੇ ਤੇ ਉਸੇ ਤਰ੍ਹਾਂ ਭਗਤੀ ਤਾਂ ਨਹੀਂ ਕਰ ਰਹੇ। ਆਓ ਸਿੱਖਣ ਦਾ ਯਤਨ ਕਰੀਏ। ਜਨ ਨਹੀਂ ਭਾਵੈ ਕਵਨ ਬਾਤਾਂ, ਸਾਨੂੰ ਸਿਖਾ ਰਹੇ ਨੇ ਸਤਿਗੁਰੂ ਜੀ। ਸਭ ਤੋਂ ਪਹਿਲਾਂ ਮਨ ਅੰਦਰ ਇਹ ਭਾਵਨਾ ਹੋਵੇ ਕਿ ਮੈਨੂੰ ਨਹੀਂ ਪਤਾ, ਜਾਨੋ ਨਹੀਂ, ਮੈਂ ਨਹੀਂ ਜਾਣਦਾ ਕਿ ਕਿਹੜੀਆਂ ਗੱਲਾਂ ਮੇਰੇ ਵਾਹਿਗੁਰੂ ਜੀ ਨੂੰ ਚੰਗੀਆਂ ਲੱਗਦੀਆਂ ਨੇ। ਇਸ ਭਾਵਨਾ ਦੇ ਵਿੱਚ ਮਨ ਖੋਜ ਮਾਰਗ ਰਹਾਉ ਸ਼ਬਦ ਦਾ ਸੈਂਟਰਲ ਆਈਡੀਆ ਹੈ, ਰਹਾਉ। ਇਹ ਗੱਲ ਯਾਦ ਰੱਖਣੀ, ਪਿੱਛੇ ਜਿਹੜੇ ਸ਼ਬਦ ਸਨ ਉਹਨਾਂ ਵਿੱਚ ਪਹਿਲਾਂ ਇੱਕ ਪਦਾ ਆਉਂਦਾ ਸੀ, ਫਿਰ ਰਹਾਉ ਪਦਾ ਆਉਂਦਾ ਸੀ। ਇੱਥੇ ਪਹਿਲੇ ਹੀ ਪਦੇ ਵਿੱਚ ਰਹਾਉ ਪਦਾ ਹੈ, ਅਗਲੇ ਪਦੇ ਤੋਂ ਬਾਅਦ ਫਿਰ ਇੱਕ ਹੈ, ਅੱਗੇ 8 ਪਦੇ ਸ਼ੁਰੂ ਹੋਣਗੇ। ਸਤਿਗੁਰੂ ਕਹਿੰਦੇ ਇੱਕ ਮਾਰਗ ਖੋਜ, ਜਿਉਣਾ ਕਿਵੇਂ ਹੈ, ਸੁਭਾਅ ਕੈਸਾ ਹੋਵੇ, ਸੋਚ ਕੈਸੀ ਹੋਵੇ। ਤੇ ਅੱਜ ਇੱਕ ਗੱਲ ਯਾਦ ਰੱਖਿਓ ਕਿ ਸੁਭਾਵਾਂ ਵਿੱਚ ਨਫ਼ਰਤ ਹੋਣੀ ਚਾਹੀਦੀ ਹੈ, ਕਿ ਸੁਭਾਅ ਵਿੱਚ ਨਿੰਦਾ ਕਰਨ ਜਾਂ ਨਿੰਦਾ ਸੁਣਨ ਦੀ ਆਦਤ ਹੋਣੀ ਚਾਹੀਦੀ ਹੈ, ਕਿ ਆਪਣਿਆਂ ਦੇ ਗਿੱਟੇ ਖਿੱਚਣੇ ਇਹ ਆਦਤਾਂ ਹੋਣੀਆਂ ਚਾਹੀਦੀਆਂ ਨੇ,
ਕਿ ਧੜੇਬੰਦੀਆਂ ਵਿੱਚ ਜਿਉਣਾ, ਧੜੇਬੰਦੀਆਂ ਵਿੱਚ ਇੱਕ ਦੂਸਰੇ ਨੂੰ ਨੀਵੇਂ ਦਿਖਾਉਣਾ, ਧੜੇਬੰਦੀਆਂ ਦੇ ਲੜਾਈ ਝਗੜਿਆਂ ਵਿੱਚ ਜਿਉਣਾ, ਇਸ ਤਰ੍ਹਾਂ ਦਾ ਸੁਭਾਅ ਹੋਣਾ ਚਾਹੀਦਾ ਹੈ? ਕੀ ਇਸ ਤਰ੍ਹਾਂ ਦੇ ਸੁਭਾਅ ਵਿੱਚੋਂ ਭਰਾਵ ਮਾਰੂ ਜੰਗ ਨਹੀਂ ਪੈਦਾ ਹੁੰਦੀ? ਫਿਰ ਇਹਦਾ ਮਤਲਬ ਅੰਦਰ ਜੀਵਨ ਜਿਉਣ ਦਾ ਮਾਰਗ ਨਹੀਂ ਪਤਾ ਲੱਗਿਆ। ਵਾਹਿਗੁਰੂ, ਕਿਉਂਕਿ ਕਈ ਵਾਰੀ ਸਾਨੂੰ ਭਗਤੀ ਸਿਖਾਈ, ਸਵੇਰੇ ਧਰਮ ਦਾ ਕਰਮ ਕੀਤਾ, ਸ਼ਾਮੀ ਧਰਮ ਦਾ ਕਰਮ ਕੀਤਾ, ਦਿਨ ਵੇਲੇ ਨਿੰਦਾ ਵਿੱਚ ਜਿਉਇਆ। ਅਸੀਂ ਉਸ ਨੂੰ ਧਰਮ ਮੰਨ ਲਿਆ। ਦਿਨ ਵੇਲੇ ਧੜੇਬੰਦੀਆਂ ਵਿੱਚ ਜਿਉਏ। ਕੀ ਅੱਜ ਧੜੇਬੰਦੀਆਂ ਵਿੱਚ ਇੱਕ ਦੂਸਰੇ ਨੂੰ ਲਲਕਾਰਿਆ ਨਹੀਂ ਜਾ ਰਿਹਾ ਜਿਵੇਂ ਦੁਸ਼ਮਣ ਦੁਸ਼ਮਣ ਨਾਲ ਲੜਦਾ ਹੁੰਦਾ? ਕਿ ਅੱਜ ਦੇ ਸਮੇਂ ਦੀਆਂ ਧੜੇਬੰਦੀਆਂ ਆਪਸ ਵਿੱਚ ਭਰਾ ਮਾਰੂ ਜੰਗ ਨਹੀਂ ਬਣਦੀਆਂ ਜਾ ਰਹੀਆਂ? ਮਨ ਵਿੱਚ ਵਿਸ਼ਵਾਸ ਕਰਕੇ ਦੇਖੋ ਕਿ ਮੈਨੂੰ ਨਹੀਂ ਪਤਾ ਵਾਹਿਗੁਰੂ ਜੀ ਨੂੰ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ। ਇਹ ਮਨਾ ਖੋਜ ਉਹ ਮਾਰਗ, ਕਿ ਉਹ ਮਾਰਗ ਕਿਵੇਂ ਖੋਜਿਆ ਜਾਂਦਾ ਹੈ, ਇਹ ਅਖੀਰਲੇ ਪਦੇ ਵਿੱਚ ਦੱਸਣਾ ਹੈ। ਪਹਿਲਾਂ ਕਿਸ ਤਰ੍ਹਾਂ ਦੀਆਂ ਭਗਤੀਆਂ ਨੇ ਜਿਹੜੀਆਂ ਗੁਰੂ ਨੇ ਪ੍ਰਵਾਨ ਨਹੀਂ ਕੀਤੀਆਂ? ਇੱਕ ਧਿਆਨੀ ਧਿਆਨ ਲਾਵਾ ਹੈ, ਸਮਾਧੀ ਲਾਉਂਦੇ, ਬੜੀ ਪਰਪੱਕ ਸਮਾਧੀ। ਸਤਿਗੁਰੂ ਜੀ ਨੇ ਇਸ ਨੂੰ ਵੀ ਨਹੀਂ ਪ੍ਰਵਾਨ ਕੀਤਾ। ਅਖੀਰਲੇ ਪਦੇ ਦੀ ਦੂਜੀ ਪੰਕਤੀ ਧਿਆਨ ਵਿੱਚ ਕਰਨਾ, ਤਿਆਗੀ ਸ਼ਰਨ ਪਾਵਾ, ਸਗਲ ਉਕਤ ਉਪਾਵਾ, ਤਿਆਗੀ ਸ਼ਰਨ ਪਾਵਾ। ਇਸ ਤਰ੍ਹਾਂ ਦੀਆਂ ਉਕਤੀਆਂ, ਯਤਨ, ਤਰੀਕੇ ਮੈਂ ਤਿਆਗ ਦਿੱਤੇ। ਤੇ ਗੁਰੂ ਸਾਹਿਬ ਦਾ ਤਰੀਕਾ ਸ਼ਰਨ ਪਾਵਾ, ਰੱਬ ਨੂੰ ਸਮਰਪਿਤ, ਗੁਰੂ ਦੇ ਉਪਦੇਸ਼ਾਂ ਨੂੰ ਸਮਰਪਿਤ, ਸੁਭਾਅ ਸੋਚ ਉਹ ਸੰਸਾਰ ਬਣਾਉਣਾ, ਗੁਰ ਚਰਨ ਪਰਾਤਾ, ਗੁਰੂ ਦੇ ਉਪਦੇਸ਼, ਗੁਰੂ ਦੇ ਚਰਨ ਪਰਾਤਾ, ਉਹਦੇ ਵਿੱਚ ਗੂੜੇ ਪਿਆਰ ਵਿੱਚ ਭਿੱਜ ਗਿਆ, ਉਹ ਸੰਸਾਰ ਸੁਭਾਅ ਤੇ ਸੋਚ ਬਣਾਈ। ਕਿਤੇ ਅਸੀਂ ਵੀ ਸਮਾਧੀ ਨੂੰ ਭਗਤੀ ਤਾਂ ਨਹੀਂ ਮੰਨੀ ਜਾਂਦੇ? ਸਮਾਧੀ ਤਾਂ ਲਾਈ, ਦੋਨੋਂ ਟਾਈਮ ਲਾਈ। ਦਿਨ ਵਿੱਚ ਨਿੰਦਾ, ਧੜੇਬੰਦੀ, ਆਪਣਾ ਆਪਣੇ ਚੰਗੇ ਲੱਗਣੇ, ਜਿਨ੍ਹਾਂ ਨੂੰ ਬੇਗਾਨੇ ਮੰਨਿਆ ਉਹ ਘਟੀਆ ਲੱਗਣੇ, ਤੇ ਚਰਚਾ ਵੀ ਇਸ ਤਰ੍ਹਾਂ ਦੀ ਹੋਈ ਕੀਤੀ ਕਿ ਇੱਦਾਂ ਤਾਂ ਨਹੀਂ ਭਗਤੀ ਕਰ ਰਹੇ, ਇੱਦਾਂ ਤਾਂ ਨਹੀਂ ਜਿਉ ਰਹੇ। ਗਿਆਨੀ ਗਿਆਨ ਕਮਾਵੈ, ਗਿਆਨ ਨੂੰ ਹੀ ਸਭ ਕੁਝ ਮੰਨ ਲਿਆ। ਗਿਆਨ ਨਾਲ ਨਫ਼ਰਤ ਤੱਕ ਕੀ ਮਿਟਣੀ ਸੀ, ਹੋਰਾਂ ਵਿੱਚ ਵੀ ਵੰਡਤੀ। ਗਿਆਨ ਨੂੰ ਸਭ ਕੁਝ ਮੰਨ ਲਿਆ, ਗਿਆਨ ਨਾਲ ਨਿੰਦਾ ਦਾ ਸੁਭਾਅ ਤੇ ਕੀ ਮੇਟਣਾ ਸੀ। ਗਿਆਨ ਰਾਹੀਂ ਹੀ ਨਿੰਦਾ ਤਾਂ ਨਹੀਂ ਕਿਤੇ ਕਰਨ ਲੱਗ ਗਏ। ਇੱਕ ਇਹ ਭਗਤੀ। ਸਤਿਗੁਰੂ ਕਹਿੰਦੇ ਪ੍ਰਭ ਕਿਨ ਹੀ ਜਾਤਾ, ਵਿਰਲੇ ਨੇ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਲ ਸਾਂਝ ਪਾਈ, ਉਹਦੇ ਭੈ ਵਿੱਚ, ਉਹਦੀ ਮਿੱਠੀ ਯਾਦ ਵਿੱਚ ਆਪਣੇ ਸੁਭਾਅ ਨੂੰ ਢਾਲਿਆ। ਆਖੋ ਵਾਹਿਗੁਰੂ, ਆਪਣੀ ਸੋਚ ਨੂੰ ਢਾਲਿਆ। ਵਿਰਲੇ ਨੇ ਸਮਾਧੀਆਂ ਲਾਈਆਂ, ਸੁਭਾਅ ਨਹੀਂ ਢਾਲਿਆ, ਸੋਚ ਨਹੀਂ ਢਾਲੀ। ਗਿਆਨ ਤੇ ਪ੍ਰਾਪਤ ਕੀਤਾ ਪਰ ਸੋਚ ਸੁਭਾਅ ਨਹੀਂ ਢਾਲਿਆ। ਸਮਾਧੀ ਲਾਉਣ ਵਾਲਿਆਂ ਵਿੱਚੋਂ ਵਿਰਲੇ ਨੇ ਜਿਨ੍ਹਾਂ ਸੋਚ ਸੁਭਾਅ ਨੂੰ ਢਾਲਿਆ, ਉਹ ਪ੍ਰਵਾਨ ਹੈ। ਗਿਆਨਵਾਨ ਉਹ ਪ੍ਰਵਾਨ ਹੈ ਅਗਰ ਸੋਚ ਤੇ ਸੁਭਾਅ ਨੂੰ ਪਰ ਉਪਦੇਸ਼ ਅਨੁਸਾਰ ਢਾਲਿਆ। ਭਗਉਤੀ ਰਹਿਤ ਜੁਗਤਾ, ਭਗਉਤੀ ਵੈਸ਼ਨਵ, ਵੈਸ਼ਨਵ ਜਿਹੜੇ ਸਨ ਉਹਨਾਂ ਦੇ ਧਰਮ ਦੀਆਂ ਜੁਗਤੀਆਂ ਸੀ, ਵਰਤ ਰੱਖਣੇ, ਤੁਲਸੀ ਮਾਲਾ, ਤੀਰਥ ਕਾ ਇਸ਼ਨਾਨ, ਸੰਜਮ। ਜੋਗੀ ਰਹਿਤ ਮੁਕ, ਜੋਗੀ ਕਹਿਤ ਮੁਕਤਾ, ਜੋਗੀ ਕਹਿੰਦੇ ਅਸੀਂ ਮੁਕਤ ਹੋ ਗਏ, ਸੰਸਾਰ ਸਮਾਜ ਪਰਿਵਾਰ ਛੱਡ ਦਿੱਤਾ ਸੀ, ਰਾਜ ਭਾਗ ਛੱਡ ਦਿੱਤਾ ਸੀ, ਮੁਕਤਾਂ। ਯਾਦ ਰੱਖਿਓ ਜਦੋਂ ਗੁਰੂ ਬਾਬਾ ਨਾਨਕ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜੋਗੀਆਂ ਕੋਲੇ ਗਏ ਸੀ, ਸਤਿਗੁਰੂ ਜੀ ਕਹਿੰਦੇ ਕੌਣ ਕਹਿੰਦਾ ਜੋਗੀ ਤੁਸੀਂ ਮੁਕਤ ਹੋ ਗਏ? ਤੁਸੀਂ ਤੇ ਅੰਦਰ ਆਦਤਾਂ ਦੇ ਬੰਧਨ ਵਿੱਚ ਫਸੇ ਹੋਏ ਹੋ, ਅੰਦਰ ਫਾਂਸੀ ਹੈ ਤੁਹਾਡੇ ਆਦਤਾਂ ਦੀ। ਤਪਸ਼ੀ ਤਪਹਿ ਰਾਤਾ, ਕਠਨ ਤਪੱਸਿਆ ਕਰਨੀ, ਉਹ ਇਸ ਵਿੱਚ ਹੀ ਰਚਿਆ ਹੋਇਆ ਹੈ ਕਿ ਮੇਰੀ ਭਗਤੀ ਸਭ ਤੋਂ ਵੱਖਰੀ ਹੈ। ਮੋਨੀ ਮੋਨ ਧਾਰੀ, ਕੋਈ ਮੋਨ ਧਾਰੀ ਬੈਠਾ ਹੈ, ਬੋਲਦਾ ਹੀ ਨਹੀਂ, ਉਹ ਕਹਿੰਦਾ ਇਹੀ ਭਗਤੀ ਹੈ। ਸੰਨਿਆਸੀ ਬ੍ਰਹਮਚਾਰੀ, ਬ੍ਰਹਮਚਾਰਜ ਜਾਨੀ ਪਰਿਵਾਰ ਪਤਨੀ ਛੱਡ ਕੇ ਸੰਨਿਆਸ ਲੈ ਲੈਣਾ, ਜੰਗਲਾਂ ਚਲੇ ਜਾਣਾ, ਉਹ ਇਸ ਨੂੰ ਭਗਤੀ ਮੰਨਦੇ।
ਉਦਾਸੀ ਉਦਾਸ ਰਾਤਾ, ਕਹਿੰਦੇ ਦੁਨੀਆ 'ਚ ਕੁਛ ਨਹੀਂ ਪਿਆ, ਦੁਨੀਆ ਤੋਂ ਉਦਾਸ ਹੋ ਜਾਣਾ, ਉਪਰਾਮ ਹੋ ਜਾਣਾ, ਉਹ ਇਸੇ ਨੂੰ ਭਗਤੀ ਮੰਨਦੇ। ਭਗਤ ਨਵੈ ਪ੍ਰਕਾਰਾ, ਕੋਈ ਕਹਿੰਦੇ 9 ਤਰ੍ਹਾਂ ਦੀ ਭਗਤੀ ਹੈ, ਸਰਵਣ ਭਗਤੀ, ਦਾਸ ਭਗਤੀ, ਕੀਰਤਨ ਭਗਤੀ, ਇਸ ਤਰ੍ਹਾਂ ਦੀਆਂ ਭਗਤੀਆਂ। ਕਹਿੰਦੇ 9 ਤਰ੍ਹਾਂ ਦੀਆਂ ਭਗਤੀਆਂ, ਇਹੀ ਭਗਤੀ ਹੈ। ਪੰਡਿਤ ਵੇਦ ਪੁਕਾਰਾ, ਪੰਡਿਤ ਵਿਦਵਾਨ, ਉਹ ਕਹਿੰਦੇ ਵੀ ਧਾਰਮਿਕ ਗ੍ਰੰਥਾਂ ਦਾ, ਵੇਦਾਂ ਦਾ ਪਾਠ ਪੜ੍ਹ ਕੇ ਸੁਣਾਉਣਾ, ਇਹੋ ਹੀ ਭਗਤੀ ਹੈ। ਗ੍ਰਸਤੀ ਗ੍ਰਸਤ ਧਰਮਾਤਾ, ਗ੍ਰਸਤੀ ਕਹਿੰਦਾ ਵੀ ਚੰਗੇ ਕੰਮ ਕਰੋ, ਕਿਸੇ ਦਾ ਬੁਰਾ ਨਾ ਕਰੋ, ਇਹੋ ਹੀ ਆਪਣੇ ਆਪ ਨੂੰ ਧਰਮੀ ਮੰਨਦਾ। ਇੱਕ ਸ਼ਬਦੀ ਬਹੁ ਰੂਪ ਅਵਧੂਤਾ, ਇਹ 3 ਤਰ੍ਹਾਂ ਦੀ ਕੈਟੇਗਰੀ ਹੈ। ਇੱਕ ਸ਼ਬਦੀ, ਇੱਕੋ ਹੀ ਸ਼ਬਦ ਨੂੰ, ਰੱਬ ਦੇ ਨਾਮ ਦੇ ਕਿਸੇ ਸ਼ਬਦ ਨੂੰ ਬਾਰ-ਬਾਰ ਉਚਾਰਨ ਕਰਨਾ। ਉਂਝ ਉਸ ਵੇਲੇ ਅਲੱਖ ਅਲੱਖ ਉਚਾਰਨ ਕਰਨ ਵਾਲਿਆਂ ਨੂੰ ਇੱਕ ਸ਼ਬਦੀ ਕਹਿੰਦੇ ਸੀ। ਰੱਬ ਦੇ ਕਿਸੇ ਇੱਕ ਸ਼ਬਦ ਨੂੰ ਉਚਾਰਨ ਕਰਨਾ। ਬਹੁ ਰੂਪ, ਬਹੁ ਰੂਪੀਏ, ਕਦੀ ਕ੍ਰਿਸ਼ਨ ਦਾ ਰੂਪ ਬਣ ਗਏ, ਕਦੀ ਰਾਮ ਦਾ ਰੂਪ ਬਣ ਗਏ, ਕਦੀ ਕੋਈ ਰੂਪ ਬਣ ਗਏ, ਉਹ ਕਹਿੰਦੇ ਸਾਡੀ ਇਹੀ ਭਗਤੀ ਹੈ। ਅਵਧੂਤਾ, ਕੋਈ ਨਾਂਗੇ ਫਿਰਦੇ ਨੇ, ਨਗਨ ਫਿਰਦੇ ਨੇ, ਉਹ ਕਹਿੰਦੇ ਨਗਨ ਫਿਰਨਾ ਭਗਤੀ ਹੈ। ਕਿਉਂਕਿ ਉਹਨਾਂ ਦੀ ਦਲੀਲ ਹੈ ਕਿ ਅਸੀਂ ਨਗਨ ਫਿਰਦੇ ਹਾਂ, ਸਾਰਿਆਂ ਦੇ ਸਾਹਮਣੇ ਹੈ, ਫਿਰ ਵੀ ਸਾਡੇ 'ਤੇ ਕੋਈ ਬਹੁਤਾ ਪ੍ਰਭਾਵ ਨਹੀਂ ਪੈਂਦਾ ਦੁਨੀਆ ਦਾ, ਉਹ ਇਸ ਨੂੰ ਭਗਤੀ ਮੰਨਦੇ। ਕਾਪੜੀ, ਕੌਤੇ, ਜਾਗੂਤਾ, ਕਾਪੜੀ, ਵਿਸ਼ੇਸ਼ ਕਿਸਮ ਦਾ ਚੋਲਾ ਪਹਿਨਣ ਵਾਲੇ, ਉਹ ਕਹਿੰਦੇ ਇਸ ਕਰਕੇ ਅਸੀਂ ਜਿਹੜੇ ਹੈ ਇਹਨੂੰ ਭਗਤੀ ਮੰਨਦੇ ਨੇ। ਕੌਤੇ, ਨਾਟਕ ਚੇਟਕ ਕਰਨੇ, ਦੁਨੀਆ ਨੂੰ ਭਰਮਾਉਣਾ, ਇਸ ਨੂੰ ਹੀ ਉਹ ਭਗਤੀ ਮੰਨਦੇ ਨੇ। ਇੱਕ ਤੀਰਥ ਨਾਤਾ, ਇੱਕ ਤੀਰਥਾਂ 'ਤੇ ਇਸ਼ਨਾਨ ਕਰਨ ਨੂੰ ਹੀ ਭਗਤੀ ਮੰਨਦੇ ਨੇ। ਨਿਰਹਾਰ ਵਰਤੀ ਅਪਰਸਾ, ਨਿਰਹਾਰ, ਖਾਣੇ ਪੀਣੇ ਤੋਂ ਬਿਨਾਂ ਵਰਤ ਰੱਖਣੇ, ਉਹ ਕਹਿੰਦੇ ਇਹੀ ਭਗਤੀ ਹੈ। ਅਪਰਸ਼ਾ, ਕਿਸੇ ਨੂੰ ਟੱਚ ਨਾ ਕਰਨਾ, ਅਸੀਂ ਸੁਚਮਤਾ 'ਚ ਰਹਿੰਦੇ ਹਾਂ, ਉਹ ਇਸ ਨੂੰ ਭਗਤੀ ਮੰਨਦੇ ਨੇ। ਸਭ ਕਹਤੇ ਹੈ ਪਾਇਆ, ਸਾਰੇ ਕਹਿੰਦੇ ਨੇ ਰੱਬ ਨੂੰ ਪਾ ਲਿਆ, ਇਹ ਭਗਤੀ ਪ੍ਰਵਾਨ ਹੈ। ਸਤਿਗੁਰੂ ਜੀ ਕਹਿੰਦੇ ਅਸਲੀ ਬਾਤ ਇਹ ਹੈ, ਜਿਸ ਮੇਲੇ ਸੋ ਭਗਤਾ। ਗੁਰੂ ਦੇ ਉਪਦੇਸ਼ ਨੇ ਜਦੋਂ ਰੱਬ ਨੂੰ ਮਿਲਾ ਦਿੱਤਾ ਨਾ, ਉਹਨੇ ਰੱਬ ਦੀ ਭਾਵਨਾ ਅਨੁਸਾਰ ਇਸ ਸੁਭਾਅ ਨੂੰ, ਸੋਚ ਨੂੰ ਢਾਲ ਲਿਆ। ਉਹਨਾਂ ਦਾ ਮਿਲਣਾ, ਉਹਨਾਂ ਦਾ ਸੋਚ ਸੁਭਾਅ ਰੱਬ ਦੇ ਨਿਯਮਾਂ ਵਿੱਚ, ਗੁਰੂ ਦੇ ਉਪਦੇਸ਼ ਅਨੁਸਾਰ ਢਾਲ ਕੇ ਜਿਉਣਾ ਭਗਤੀ ਬਣ ਗਿਆ। ਆਖੋ ਵਾਹਿਗੁਰੂ। ਸਗਲ ਉਕਤ ਉਪਾਵਾ, ਸਤਿਗੁਰੂ ਜੀ ਕਹਿੰਦੇ ਆ ਜਿਹੜੇ ਮੈਂ ਉੱਪਰ ਗਿਣੀਆਂ ਨਾ ਸਾਰੀਆਂ ਉਕਤੀਆਂ, ਯੁਕਤੀਆਂ, ਤਰੀਕੇ, ਉਪਾਵਾ, ਯਤਨ, ਤਿਆਗੀ, ਸ਼ਰਨ ਪਾਵਾ, ਮੈਂ ਤਿਆਗ ਦਿੱਤੇ ਨੇ। ਮੈਂ ਇਸ ਤੋਂ ਇਲਾਵਾ ਇੱਕ ਵੱਖਰਾ ਤਰੀਕਾ, ਉਹ ਹੈ ਸ਼ਰਨ ਪੈਣਾ, ਸਰੈਂਡਰ ਹੋਣਾ, ਸਮਰਪਿਤ ਹੋਣਾ। ਅਗਰ ਇਸ ਸੈਂਸਿਟਿਵ ਪੁਆਇੰਟ ਨੂੰ, ਨਾਜ਼ੁਕ ਨੁਕਤੇ ਨੂੰ ਸਮਝ ਲਿਆ ਨਾ, ਇੱਕ ਗੱਲ ਜ਼ਰੂਰ ਮੰਨਣੀ ਪਵੇਗੀ, ਗੁਰੂ ਦੇ ਉਪਦੇਸ਼ ਮਨ ਤੇ ਮਤ ਨੂੰ ਸਮਰਪਿਤ ਨੇ, ਸੋਚ ਤੇ ਸੁਭਾਅ ਨੂੰ ਬਦਲਣ ਵਾਸਤੇ ਹੈ। ਉਹਦੇ ਲਈ ਨਾਨਕ ਗੁਰਚਰਨ ਪਰਾਤਾ, ਗੁਰਬਾਣੀ ਅੰਦਰ ਗੁਰ ਸਰੂਪ ਹੈ, ਗੁਰੂ ਦੇ ਉਪਦੇਸ਼ ਨੇ, ਉਪਦੇਸ਼ ਗੁਰੂ ਦੇ ਚਰਨ ਨੇ। ਗੁਰਚਰਨ ਗੁਰ ਸ਼ਬਦ ਹੈ, ਸ਼ਬਦ ਦੇ ਅਰਥ ਉਪਦੇਸ਼ ਹੈ, ਸਿੱਖਿਆ। ਉਹਨਾਂ ਉਪਦੇਸ਼ਾਂ ਨੇ ਸੁਭਾਅ, ਜਦੋਂ ਉਪਦੇਸ਼ ਅਨੁਸਾਰ ਸੋਚ ਤੇ ਸੁਭਾਅ ਢਾਲਾਂਗੇ, ਅੰਦਰ ਗੁਣ ਆਉਣਗੇ, ਗੁਣ ਰੱਬ ਦੇ ਚਰਨ ਹੈ। ਪਰਾਤਾ, ਇਹਦੇ ਪਿਆਰ ਵਿੱਚ ਭਿੱਜ ਜਾਣਾ, ਇਹਦੇ ਵਿੱਚ ਪ੍ਰੈਕਟੀਕਲ ਜਿਉਣਾ, ਇਹ ਭਗਤੀ ਹੈ ਗੁਰਮੁਖ ਦੀ। ਇਸ ਭਗਤੀ ਵਿੱਚੋਂ ਸਤਿਗੁਰੂ ਜੀ ਨੇ ਇੱਕ ਸ਼ੁਕਰਾਨੇ ਦੀ ਦਾਤ ਦਿੱਤੀ ਹੈ, ਇਹ ਕਹਿ ਕੇ ਕਿ ਸਾਡੇ ਕੋਲ ਆਪਣਾ ਕੁਝ ਵੀ ਨਹੀਂ, ਵਾਹਿਗੁਰੂ ਜੀ ਦਾ ਹੈ। ਫਿਰ ਜਿਹਦੀ ਦਿੱਤੀ ਗਿਫਟ ਹੈ, ਉਹਦੀ ਯਾਦ ਆਉਂਦੀ ਹੈ। ਤੁਹਾਡੇ ਘਰਾਂ ਵਿੱਚ ਬੱਚੇ ਦੇ ਜਨਮ ਦਿਨ 'ਤੇ, ਧੀ ਦੇ ਜਨਮ ਦਿਨ 'ਤੇ ਭੂਆ ਕੋਈ ਗਿਫਟ ਦੇ ਕੇ ਗਈ, ਤੁਸੀਂ ਦੇਖੋਗੇ ਗਿਫਟ ਇੱਕ ਐਸੀ ਚੀਜ਼ ਹੁੰਦੀ ਹੈ ਕਿ ਜਦੋਂ ਵੀ ਗਿਫਟ ਨੂੰ ਦੇਖਦਾ, ਭੂਆ ਚੇਤੇ ਆ ਜਾਂਦੀ ਹੈ। ਉਹਨੂੰ ਕੋਈ ਮਾਲਾ ਫੇਰਨ ਦੀ ਲੋੜ ਨਹੀਂ, ਕੋਈ ਪੁੱਠੇ ਲਟਕਣ ਦੀ ਲੋੜ ਨਹੀਂ, ਕੋਈ ਧੂਣੇ ਤਾਪਣ ਦੀ ਲੋੜ ਨਹੀਂ, ਸਿਰਫ ਅਹਿਸਾਸ ਕਰਨ ਦੀ ਲੋੜ ਹੈ ਕਿ ਇਹ ਗਿਫਟ ਕਿਹਦੀ ਹੈ। ਥੋੜ੍ਹੀ ਜਿਹੀ ਯਾਦ ਸ਼ਕਤੀ ਨੂੰ ਡਿਵੈਲਪ ਕਰਨ ਦੀ ਲੋੜ ਹੈ, ਚੇਤਾ ਸ਼ਕਤੀ ਨੂੰ। ਜਦੋਂ ਵਾਰ-ਵਾਰ ਧਿਆਨ ਜਾਂਦਾ, ਵਾਰ-ਵਾਰ ਧਿਆਨ ਜਾਂਦਾ, ਆਪਣੇ ਆਪ ਹੀ ਵਸ ਜਾਂਦਾ, ਇਹ ਭੂਆ ਦੀ ਗਿਫਟ ਹੈ।
ਸਰੀਰ ਵਾਹਿਗੁਰੂ ਜੀ ਦਾ, ਪਰਿਵਾਰ ਵਾਹਿਗੁਰੂ ਜੀ ਦਾ, ਕਾਰੋਬਾਰ ਵਾਹਿਗੁਰੂ ਜੀ ਦਾ, ਸਭ ਕੁਛ ਵਾਹਿਗੁਰੂ ਜੀ ਦਾ। ਚੇਤਾ ਸ਼ਕਤੀ ਨੂੰ ਡਿਵੈਲਪ ਕਰ। ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਤੇਰੇ ਅੰਦਰ ਵਸ ਜਾਏਗੀ। ਰੱਬ ਦਾ ਭੈ, ਉਸ ਭੈ ਵਿੱਚ ਸੋਚ ਨੂੰ ਢਾਲਣਾ, ਰੱਬ ਦੀ ਮਿੱਠੀ ਮਿੱਠੀ ਯਾਦ ਦੇ ਰਸ ਵਿੱਚ ਸੁਭਾਅ ਨੂੰ ਢਾਲਣਾ, ਗੁਰੂ ਦੇ ਉਪਦੇਸ਼ ਅਨੁਸਾਰ ਸੋਚ ਤੇ ਸੁਭਾਅ ਨੂੰ ਢਾਲ ਲੈਣਾ। ਗੁਰਚਰਨ ਪ੍ਰਾਤਾ ਆ ਭਗਤੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਗੁਰਸਿੱਖਾਂ ਦੀ ਭਗਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਥੋਂ ਤੱਕ ਪੰਚਮ ਪਾਤਸ਼ਾਹ ਦੇ ਸ਼ਬਦ ਸਨ। ਹੁਣ ਇਸ ਤੋਂ ਅੱਗੇ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਸ਼ੁਰੂ ਹੋ ਰਹੇ ਨੇ। ਇੱਥੇ ਮੂਲ ਮੰਤਰ ਦਾ ਸੰਖੇਪ ਸਰੂਪ ਅੰਕਿਤ ਕਰ ਦਿੱਤਾ ਹੈ। ਵਾਹਿਗੁਰੂ ਜੀ ਇੱਕ ਹੈ। ਸੱਚੇ ਗੁਰੂ ਦੀ ਬਖਸ਼ਿਸ਼ ਦੇ ਨਾਲ ਇਸ ਮਾਰਗ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ। ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੀਸਰੇ ਘਰ ਵਿੱਚ ਸ਼ਬਦ ਨੂੰ ਗਾ ਰਹੇ ਨੇ ਤੇ ਸੰਦੇਸ਼ ਹੈ ਤੀਸਰੇ ਘਰ ਵਿੱਚ ਗਾਉਣ ਦਾ। ਜਦੋਂ ਇਸ ਮਾਰਗ ਤੇ ਤੁਰਦੇ ਗੁਰੂ ਦੇ ਉਪਦੇਸ਼ ਅਨੁਸਾਰ ਸੋਚਦੇ ਸੁਭਾਅ ਨੂੰ ਢਾਲਿਆ, ਭਾਵਨਾਵਾਂ, ਜਜ਼ਬੇ, ਵਿਚਾਰਧਾਰਾ ਬਦਲ ਗਈ। ਰੱਬ ਦਾ ਪਿਆਰ ਰਸ, ਉਹਦੀ ਯਾਦ ਦਾ ਮਿੱਠਾ ਮਿੱਠਾ ਰਸ, ਮਿੱਠੀ ਮਿੱਠੀ ਯਾਦ ਦਾ ਹਰ ਵੇਲੇ ਪਿਆਰਾ ਪਿਆਰਾ ਰਸ, ਭੈ ਭਾਵਨੀ ਵਿੱਚ ਜਿਉਣ ਦਾ ਆਨੰਦ ਆਇਆ। ਮਹਿਸੂਸ ਕਰਨ ਦਾ ਤਲ ਹੀ ਬਦਲ ਗਿਆ। ਉਹ ਜਦੋਂ ਅੰਦਰੋਂ ਮਹਿਸੂਸ ਕਰਨ ਦਾ ਤਲ ਬਦਲਦਾ ਨਾ ਤੇ ਬਾਹਰ ਨਜ਼ਾਰਾ ਬਦਲ ਜਾਂਦਾ, ਅੰਦਰਲੀ ਨਜ਼ਰ ਬਦਲ। ਜਦੋਂ ਕਿਸੇ ਨਾਲ ਅਣਬਣ ਹੁੰਦੀ ਹੈ ਨਾ, ਮਨ ਮੁਟਾਵ ਹੋ ਗਏ, ਕਾਰਨ ਕੁਝ ਵੀ ਹੋ ਸਕਦਾ। ਜੇ ਕੋਈ ਸਿਆਣੇ ਸੱਜਣ ਹੋਣ, ਚਿੰਤਾਵਾਨ ਹੋਣ, ਤਾਂ ਉਹ ਸੋਚਦੇ ਨੇ ਮਨ ਮੁਟਾਵ ਹੋ ਗਿਆ, ਇਹਨਾਂ ਦਾ ਮੇਲ ਕਰਾ ਦਈਏ। ਅੱਜ ਦੇ ਯੁੱਗ ਵਿੱਚ ਬਹੁਤ ਘੱਟ ਨੇ, ਕਿਉਂਕਿ ਜਦੋਂ ਦੋ ਧਿਰਾਂ ਦਾ ਮਨ ਮੁਟਾਵ ਹੋ ਜਾਵੇ ਨਾ, ਫਿਰ ਤੀਸਰੇ ਦਾ ਰੋਲ ਬੜਾ ਕਮਾਲ ਦਾ ਹੁੰਦਾ ਹੈ। ਜੇ ਉਹ ਮਨ ਮੁਟਾਵ ਮਿਟ ਜਾਣ, ਇੱਕ ਦੂਸਰੇ ਨੂੰ ਬੈਠੇ, ਦੋਨਾਂ ਨੇ ਦਿਲ ਖੋਲ੍ਹੇ, ਮਨ ਦੀ ਭੜਾਸ ਕੱਢੀ, ਦੋਨੋਂ ਪਿਛਲੀਆਂ ਭੁਲਾ ਕੇ ਪਿਆਰ ਵਿੱਚ ਜਿਉਣਾ ਸ਼ੁਰੂ ਹੋਏ, ਤੁਸੀਂ ਦੇਖੋਗੇ ਭਾਵਨਾ ਬਦਲ ਗਈ। ਪਹਿਲਾਂ ਲੱਗਦਾ ਸੀ ਇਹ ਬੁਰਾ ਹੈ, ਹੁਣ ਲੱਗਦਾ ਇਹ ਚੰਗਾ ਹੈ। ਹੁਣ ਆਪਣਾ ਲੱਗਣ ਲੱਗ ਪਿਆ, ਪਹਿਲਾਂ ਬੇਗਾਨਾ ਲੱਗਦਾ ਸੀ। ਜਦੋਂ ਭਾਵਨਾ ਬਦਲ ਜਾਂਦੀ ਹੈ ਨਾ, ਬਾਹਰ ਨਜ਼ਾਰਾ ਬਦਲ ਜਾਂਦਾ ਹੈ। ਗੁਰੂ ਦੇ ਉਪਦੇਸ਼ਾਂ ਨੇ ਅੰਦਰੋਂ ਭਾਵਨਾ ਬਦਲ ਦੇਣੀ ਹੈ, ਸੋਚ ਬਦਲ ਦੇਣੀ, ਸੁਭਾਅ ਬਦਲ ਦੇਣੀ। ਬਾਹਰ ਨਜ਼ਾਰਾ ਕੈਸਾ ਲੱਗਿਆ? ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ। ਇੱਕ ਜੋਗੀ ਹੈ ਜੁੜਿਆ ਹੋਇਆ, ਇੱਕ ਭੋਗੀ ਹੈ ਭੋਗਾਂ ਦੇ ਵਿੱਚ ਤੁਰਿਆ ਹੋਇਆ। ਇੱਕ ਦੁਨਿਆਵੀ, ਇੱਕ ਧਰਮੀ ਹੈ। ਉਹਦੇ ਅੰਦਰ ਵੀ ਵਾਹਿਗੁਰੂ ਜੀ ਤੂੰ ਹੀ ਹੈ ਤੇ ਉਹਦੇ ਅੰਦਰ ਵੀ ਤੂੰ ਹੀ ਬੈਠਾ। ਵਾਹਿਗੁਰੂ ਜੀ ਇੱਕ ਜੋਗੀ ਦੇ ਅੰਦਰ ਬੈਠਾ ਹੋਇਆ, ਤੂੰ ਜੋਗ ਦੇ ਧਰਮ ਦੇ ਕ੍ਰਿਸ਼ਮੇ ਉਹਦੀ ਸੋਚ ਸੁਭਾਅ ਕਰਮਾਂ ਵਿੱਚ ਕਰਿਆ ਹੀ ਜਾ ਰਿਹਾ। ਭੋਗੀ ਦੇ ਅੰਦਰ ਬੈਠਾ ਹੋਇਆ, ਤੂੰ ਭੋਗ ਦੇ ਕ੍ਰਿਸ਼ਮੇ ਕਰਾਈ ਜਾਣੇ। ਸਾਰਾ ਤੇਰੇ ਵਰਤਾਰੇ ਨੇ, ਤੇਰਾ ਨਿਜ਼ਮ ਐਸਾ ਨਜ਼ਰੀਆ। ਤੇਰਾ ਅੰਤ ਨਾ ਪਾਇਆ ਸੁਰਗ ਮੱਚ ਪਿਆਲ ਜੀਓ। ਇਹ ਵਾਹਿਗੁਰੂ ਜੀ ਤੁਸੀਂ ਇਸ ਧਰਤੀ ਤੇ, ਧਰਤੀ ਦੇ ਅੰਦਰ, ਬਾਹਰ, ਸਮੁੰਦਰ 'ਚ, ਆਕਾਸ਼ ਵਿੱਚ, ਸੁਰਗ ਮੱਚ ਪਿਆਲ ਦੇ ਅਰਥ ਸਾਰੇ ਥਾਵਾਂ ਤੇ, ਹਰ ਥਾਂ ਤੇ ਤੇਰੇ ਵਰਤਾਰੇ ਨੇ, ਤੇਰੀਆਂ ਸ਼ਕਤੀਆਂ ਨੇ, ਤੇਰਾ ਨਿਜ਼ਮ ਚੱਲਦਾ ਹੈ, ਤੇਰੇ ਗੁਣਾਂ ਦੇ ਬਖਸ਼ਾਂ ਦੇ ਵਰਤਾਰੇ ਚੱਲ ਰਹੇ ਨੇ। ਹਉ ਵਾਰੀ ਹਉ ਵਾਰਣਾ ਕੁਰਬਾਨ, ਤੇਰੇ ਨਾਮ ਨੋ ਰਹਾਓ। ਮੈਂ ਬਲਿਹਾਰ ਜਾਣਾ ਤੇਰੇ ਗਿਆਨ ਰੂਪੀ ਨਾਮ ਤੋਂ, ਤੇਰੇ ਧਿਆਨ ਰੂਪੀ ਨਾਮ ਤੋਂ। ਤੁਧ ਸੰਸਾਰ ਉਪਾਇਆ। ਹੇ ਵਾਹਿਗੁਰੂ ਜੀ ਤੁਸੀਂ ਇਹ ਸੰਸਾਰ ਪੈਦਾ ਕੀਤਾ। ਸੰਸਾਰ ਪੈਦਾ ਕਰਕੇ ਸਿਰੇ ਸਿਰ ਧੰਦੇ ਲਾਇਆ। ਸਿਰੇ ਸਿਰ ਦੇ ਅਰਥ ਹੈ ਜਿਉ ਜੀ ਸੋਚ, ਸਿਰ ਦੇ ਅੰਦਰ ਸੋਚ ਹੁੰਦੀ ਹੈ। ਜਿਉ ਜੀ ਸੋਚ ਹੁੰਦੀ ਹੈ, ਜੀਵਨ ਉਹੋ ਜਿਹੇ ਧੰਦੇ ਵਿੱਚ ਲੱਗ ਜਾਂਦਾ ਹੈ। ਇਹ ਮਨ ਤੇ ਮਤ ਮਿਲ ਕੇ ਜੋ ਵੀ ਕਰਮ ਕਰ ਰਹੇ ਨੇ, ਧੰਦਾ ਕਰ ਰਹੇ ਨੇ। ਇੱਕ ਦੀ ਸੋਚ ਹੈ ਧੰਦਾ ਪਿੱਟ ਰਹੇ ਨੇ, ਇੱਕ ਦੀ ਸੋਚ ਹੈ ਧੰਦਾ ਵਣਜ ਬਣ ਜਾਂਦਾ ਹੈ। ਆਖੋ ਵਾਹਿਗੁਰੂ। ਇੱਕ ਕੱਚੇ ਕੇ ਵਪਾਰੀ ਬਣ ਕੇ ਕੱਚ ਦਾ ਵਣਜ ਕਰਦੇ ਨੇ, ਇੱਕ ਸੱਚੇ ਦੇ ਵਪਾਰੀ ਬਣ ਕੇ ਸੱਚ ਦਾ ਵਣਜ ਕਰਦੇ ਨੇ। ਹੁੰਦਾ ਉਦਾਂ ਹੀ ਹੈ ਜਿੱਦਾਂ ਇਸ ਸਿਰ ਦੇ ਵਿੱਚ ਸੋਚ ਸਿਰਜੀ ਗਈ। ਆਖੋ ਵਾਹਿਗੁਰੂ। ਤੇਰੇ ਸਿਰ ਧੰਦਾ ਲਾਇਆ। ਵਾਹਿਗੁਰੂ ਜੀ ਤੁਸੀਂ ਹਰ ਇੱਕ ਦੇ ਅੰਦਰ ਸੋਚ ਅਨੁਸਾਰ
ਉਹਨੂੰ ਧੰਦੇ ਵਿੱਚ ਲਾਇਆ ਹੋਇਆ। ਤੇਰਾ ਨਿਯਮ ਹੈ ਐਸਾ। ਉਹ ਕੋਈ ਬਾਂਹ ਫੜ ਕੇ ਨਹੀਂ ਲਾਉਂਦਾ ਵਾਹਿਗੁਰੂ ਜੀ। ਉਹ ਤਾਂ ਨਿਯਮ ਬਣਾਇਆ, ਉਸੇ ਤਰ੍ਹਾਂ ਆਪਣੇ ਆਪ ਹੀ ਜੀਵਨ ਧਾਰਾ ਤੁਰ ਪੈਣੀ ਹੈ। ਵੇਖਾਂ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ। ਵਾਹਿਗੁਰੂ ਜੀ ਵੇਖ ਰਹੇ ਨੇ, ਉਹਨਾਂ ਦੇ ਨਿਯਮ ਵਿੱਚ, ਉਹਨਾਂ ਦੀ ਨਜ਼ਰ ਵਿੱਚ ਹੋ ਰਿਹਾ। ਸਾਰਾ ਕੁਝ ਉਹਨਾਂ ਦਾ ਪੈਦਾ ਕੀਤਾ। ਉਹਨਾਂ ਕੁਦਰਤ ਬਣਾਈ ਹੈ, ਕੁਦਰਤ ਦਾ ਨਿਯਮ ਬਣਾਇਆ। ਜਦੋਂ ਇਹ ਮਨ ਦਾ ਸੋਚ ਦਾ ਪਾਸਾ ਢਾਲ ਕੇ ਦੂਸਰੇ ਪਾਸੇ ਜਾਂਦਾ ਹੈ, ਜੀਵਨ ਦੀ ਧਾਰਾ ਉਸ ਤਰ੍ਹਾਂ ਬਣ ਜਾਂਦੀ ਹੈ। ਇਹ ਉਧਰ ਪਾਸਾ ਢਲ ਜਾਂਦਾ ਹੈ, ਉਧਰ ਚੱਲ ਜਾਂਦੀ ਹੈ। ਮਨ ਦਾ ਪਾਸਾ, ਮਤ ਦਾ ਪਾਸਾ ਕਿੱਧਰ ਨੂੰ ਢਲਦਾ ਹੈ, ਇਹ ਤੇਰੀ ਖੇਡ ਚੱਲ ਰਹੀ ਹੈ। ਪ੍ਰਗਟ ਪਹਾੜ ਹੈ ਜਾਪਦਾ। ਵਾਹਿਗੁਰੂ ਜੀ, ਤੁਸੀਂ ਪ੍ਰਗਟ ਰੂਪ ਵਿੱਚ ਇਸ ਪਸਾਰੇ ਦੇ ਵਿੱਚੋਂ, ਇਹ ਜਿਹੜਾ ਪ੍ਰਗਟ ਪਸਾਰਾ ਹੈ ਨਾ, ਕੁਦਰਤ, ਇਹਦੇ ਵਿੱਚੋਂ ਤੂੰ ਮਹਿਸੂਸ ਹੋ ਰਿਹਾ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਬਾਰੇ ਕਹਿੰਦੇ ਨੇ ਨਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਉਹ ਹਰ ਵੇਲੇ ਮਿੱਠਾ ਬੋਲਦਾ ਹੈ। ਵਾਹਿਗੁਰੂ ਜੀ ਬਾਰੇ ਕਿਹਾ, ਕੌੜਾ ਬੋਲ ਨਾ ਜਾਣਾ ਪੂਰਨ ਭਗਵਾਨਾ। ਕੌੜੇ ਬੋਲ ਜਾਣਦਾ ਹੀ ਨਹੀਂ, ਪਰ ਉਹ ਇਨਵਿਜ਼ੀਬਲ ਹੈ, ਦਿਸਦਾ ਨਹੀਂ। ਤਾਂ ਉਸ ਨੂੰ ਇਸ ਪ੍ਰਗਟ ਦਿਸਣ ਵਾਲੇ ਵਰਤਾਰੇ ਵਿੱਚੋਂ ਕਿਵੇਂ ਦੇਖਿਆ? ਇੱਕ ਕੋਇਲ ਨੂੰ ਦੇਖਿਆ। ਕੋਇਲ ਸਦਾ ਮਿੱਠੇ ਬੋਲ ਬੋਲਦੀ। ਰੱਬ ਨੇ ਆਪਣਾ ਹਰ ਗੁਣ ਕਿਸੇ ਨਾ ਕਿਸੇ ਇੱਕ ਜੀਵ, ਇੱਕ ਜਾਨਵਰ ਜਾਂ ਪੰਛੀ ਜਾਂ ਕਿਸੇ ਉਹਦੇ ਬਣਾਏ ਹੋਏ ਮਟੀਰੀਅਲ ਵਿੱਚ, ਜਾਂ ਕਿਸੇ ਬ੍ਰਿਕਸ਼ ਦੇ ਵਿੱਚ, ਜਾਂ ਨਦੀ ਨਾਲੇ ਪਹਾੜ ਪਾਣੀ ਅੱਗ ਦੇ ਵਿੱਚ, ਕਿਤੇ ਨਾ ਕਿਤੇ ਆਪਣਾ ਕੋਈ ਨਾ ਕੋਈ ਗੁਣ ਐਸਾ ਰੱਖਿਆ ਹੋਇਆ। ਜੇ ਰੱਬ ਕੋਲੇ ਹਰ ਗੁਣ ਹੈ ਤਾਂ ਉਹਦੇ ਕੋਲੇ ਵੀ ਹਰ ਸਮੇਂ ਉਹ ਗੁਣ ਹੈ। ਜੇ ਹਰ ਸਮੇਂ ਰੱਬ ਕੋਲੇ ਗੁਣ ਹੈ, ਉਹਦੇ ਕੋਲੇ ਵੀ ਹਰ ਸਮੇਂ ਹੈ। ਜਿਵੇਂ ਨਿਮਰਤਾ ਰੱਬ ਦਾ ਗੁਣ ਹੈ, ਸਦੀਵੀ ਹੈ। ਪਾਣੀ ਕੋਲੇ ਇਹ ਗੁਣ ਸਦਾ ਹੈ, ਉਹ ਸਦਾ ਹੀ ਨੀਵੇਂ ਪਾਸੇ ਨੂੰ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਪਾਣੀ ਚੱਲਾ ਨਿਵਾਣ ਨੂੰ, ਹਰ ਵੇਲੇ ਉਹਦਾ ਗੁਣ ਹੈ। ਰੱਬ ਦਾ ਗੁਣ ਹੈ ਪਰਉਪਕਾਰ। ਜਿੰਨੇ ਗੁਣ ਨੇ ਸਭ ਰੱਬ ਦੇ ਨੇ। ਸਭ ਗੁਣ ਤੇਰੇ ਮੈਂ ਨਾਹੀ ਕੋਈ, ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਤੋਂ ਬਿਨਾਂ ਭਗਤੀ ਪ੍ਰਵਾਨ ਨਹੀਂ। ਗੁਣ ਵਾਹਿਗੁਰੂ ਜੀ ਦੇ ਨੇ। ਪਰਉਪਕਾਰ ਵਾਹਿਗੁਰੂ ਜੀ ਦਾ ਗੁਣ ਹੈ। ਹਵਾ ਦੇ ਕੋਲ ਹੈ, ਹਵਾ ਪਰਉਪਕਾਰ ਕਰਦੀ ਹੈ। ਪਿਆਰ ਵਾਹਿਗੁਰੂ ਜੀ ਦਾ ਗੁਣ ਹੈ। ਮੱਛੀ ਪਿਆਰ ਕਰਦੀ ਹੈ ਪਾਣੀ ਨਾਲ। ਫਿਰ ਵਫਾਦਾਰੀ ਵਾਹਿਗੁਰੂ ਜੀ ਦਾ ਗੁਣ ਹੈ। ਵਫਾਦਾਰੀ ਗੁਣ ਹੈ। ਕੁੱਤਾ ਹਰ ਵੇਲੇ ਵਫਾਦਾਰ ਹੁੰਦਾ ਹੈ। ਇਹਨਾਂ ਸਾਰੇ ਗੁਣਾਂ ਨੂੰ ਐਗਜ਼ੈਂਪਲਸ ਬਣਾ ਕੇ, ਉਦਾਹਰਨਾਂ ਬਣਾ ਕੇ, ਗੁਰਬਾਣੀ ਅੰਦਰ ਰੱਖ ਕੇ ਸਾਡੇ ਮਨ ਨੂੰ ਕਿਹਾ ਗਿਆ, ਤੂੰ ਵੀ ਇਦਾਂ ਜਪ। ਇਹਨਾਂ ਗੁਣਾਂ ਵਾਲਾ ਜੀਵਨ ਜਿਉਂ, ਰੱਬ ਨੂੰ ਸਮਰਪਿਤ ਹੋ ਕੇ ਤੇਰਾ ਜਪਣਾ ਹੋ ਜਾਏਗਾ। ਜ਼ਿੰਦਗੀ ਭਗਤੀ ਬਣ ਜਾਏਗੀ। ਤਾਂ ਰੱਬ ਕੈਸਾ ਹੈ, ਕਿਹੋ ਜਿਹਾ ਹੈ? ਉਹ ਗੁਣੀ ਨਿਧਾਨ ਹੈ, ਗੁਣਾਂ ਦਾ ਖਜ਼ਾਨਾ ਹੈ। ਤੇ ਕੋਈ ਨਾ ਕੋਈ ਗੁਣ ਬਣ ਕੇ ਇਸ ਪ੍ਰਗਟ ਦਿਸਣ ਵਾਲੀ ਕੁਦਰਤ ਦੇ ਵਿੱਚੋਂ ਉਹ ਜਾਪਦਾ ਹੈ, ਮਹਿਸੂਸ ਹੁੰਦਾ ਹੈ, ਦਿਸਦਾ ਹੈ। ਸਭ ਨਾਵੈ ਨੋ ਪ੍ਰਤਾਪ ਦਾ। ਫਿਰ ਉਹ ਜਿੱਥੇ ਵੀ ਮਹਿਸੂਸ ਹੁੰਦਾ ਹੈ, ਉਹਦੇ 'ਚ ਕੋਈ ਨਾ ਕੋਈ ਉਪਦੇਸ਼ ਮਿਲਦਾ ਹੈ। ਜਦੋਂ ਰੱਬ ਮਿੱਠੀ ਬੋਲੀ ਬਣ ਕੇ, ਮਿੱਠ ਬੋਲੜਾ ਉਹਦਾ ਗੁਣ ਹੈ, ਇਹ ਗੁਣ ਬਣ ਕੇ ਕੋਇਲ ਦੇ ਵਿੱਚੋਂ ਜਦੋਂ ਪ੍ਰਤੱਖ ਦਿਖਾਈ ਦਿੰਦਾ ਨਾ, ਵਾਹ, ਕੋਇਲ ਦੀ ਆਵਾਜ਼ ਵਿੱਚ ਰੱਬ ਆਪ ਬੈਠਾ ਸੀ, ਸ਼ਬਦ ਵਰਤਦੇ। ਤਾਂ ਫਿਰ ਉਹ ਉਪਦੇਸ਼ ਵੀ ਦਿੰਦਾ। ਨਾਮ ਹੈ ਉਹ ਗਿਆਨ ਰੂਪੀ ਨਾਮ, ਕਿ ਮਿੱਠਾ ਬੋਲਣਾ ਚਾਹੀਦਾ। ਆਖੋ ਵਾਹਿਗੁਰੂ। ਫਿਰ ਕੋਇਲ ਦੀ ਬੋਲੀ 'ਚ ਹਰ ਇੱਕ ਦਾ ਮਨ ਖਿੱਚਦੀ ਹੈ। ਇਹ ਗੁਣ ਮਨ ਨੂੰ ਖਿੱਚੇਗਾ। ਮਿੱਠਾ ਬੋਲਾਂਗੇ, ਇੱਕ ਦੇ ਮਨ ਨੂੰ ਖਿੱਚੇਗਾ। ਫਿਰ ਕੋਇਲ ਨੂੰ ਸਤਿਕਾਰ ਮਿਲਦਾ ਉਹਦੀ ਬੋਲੀ ਕਰਕੇ। ਹਰ ਕੋਈ ਕਹਿੰਦਾ ਉਡਾਓ ਨਾ ਬਈ, ਉਪਦੇਸ਼ ਮਿਲਦਾ ਹੈ। ਉਹ ਉਪਦੇਸ਼ ਇਸ ਦਿਸਦੇ ਹੋਏ ਸੰਸਾਰ ਵਿੱਚੋਂ ਉਹਦਾ ਇੱਕ ਪ੍ਰਤਾਪ ਹੈ। ਜਿਸ ਮਨ ਤੇ ਉਹਦਾ ਪ੍ਰਤਾਪ ਵਰਤਦਾ ਹੈ, ਉਹ ਮਨ ਬਦਲ ਜਾਂਦਾ ਹੈ। ਜਿਸ ਸੋਚ ਦੀ ਸਮਝ ਵਿੱਚ ਆ ਜਾਂਦਾ ਹੈ, ਉਹਦੇ ਤੇ ਇਹਦਾ ਪ੍ਰਤਾਪ ਵਰਤ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਸੌਖਾ ਤਰੀਕਾ ਰੱਬ ਦੀ ਆਵਾਜ਼, ਜੇ ਕੋਇਲ ਦੀ ਮਿੱਠੀ ਬੋਲੀ ਵਿੱਚੋਂ ਦੀ ਰੱਬ ਕੁਝ ਕਹਿ ਰਿਹਾ, ਮੱਛੀ ਦੇ ਪਾਣੀ ਨਾਲ ਪਿਆਰ ਵਿੱਚੋਂ ਦੀ ਰੱਬ ਕੁਝ ਕਹਿ ਰਿਹਾ, ਭਵਰੇ ਦੇ ਫੁੱਲਾਂ ਤੇ ਮੰਡਰਾਉਣ ਵਿੱਚੋਂ ਦੀ ਰੱਬ ਕੁਝ ਕਹਿ ਰਿਹਾ। ਤਾਂ ਰੱਬ ਦੀ ਆਵਾਜ਼ ਗੁਰੂ ਦੀ ਆਵਾਜ਼ ਹੈ। ਗੁਰੂ ਸਾਹਿਬ ਕੀ ਕਹਿ ਰਹੇ ਨੇ? ਇਹ ਬ੍ਰਹਮ ਦੀ ਬਾਣੀ ਹੈ।
ਰੱਬ ਦੀ ਬਾਣੀ ਹੈ, ਇਹ ਸਤਿਗੁਰ ਸਰੂਪ ਹੈ। ਆਖੋ ਵਾਹਿਗੁਰੂ। ਇਹਨੂੰ ਸਮਝਣਾ ਹੈ, ਮੰਨਣਾ ਹੈ, ਉਹਦੇ ਲਈ ਯਤਨ ਹੈ। ਅਰਥਾਂ ਸਮੇਤ ਸਹਿਜ ਪਾਠ। ਸਤਿਗੁਰ ਬਾਝ ਨ ਪਾਇਓ, ਸਭ ਮੋਹੀ ਮਾਇਆ ਜਾਲ ਜੀਓ। ਗੁਰੂ ਦੀ ਆਵਾਜ਼ ਜਿੰਨਾ ਚਿਰ ਚੰਗੀ ਨਹੀਂ ਲੱਗਦੀ ਹੈ ਨੌਜਵਾਨ ਵੀਰੋ, ਜਿੰਨਾ ਅੰਮ੍ਰਿਤ ਨਹੀਂ ਛਕਿਆ। ਵਿਸ਼ੇਸ਼ ਤੌਰ 'ਤੇ ਹੈ ਨੌਜਵਾਨ ਵੀਰੋ, ਜਿਨ੍ਹਾਂ ਨੇ ਸਿੱਖੀ ਸਰੂਪ ਗਵਾ ਲਿਆ। ਜਦੋਂ ਕੋਈ ਸਿੱਖੀ ਸਰੂਪ ਦੀ ਗੱਲ ਕਰੇ, ਅੰਮ੍ਰਿਤ ਦੀ ਗੱਲ ਕਰੇ, ਤੁਹਾਨੂੰ ਕੌੜੀ ਨਹੀਂ ਲੱਗਣੀ ਚਾਹੀਦੀ, ਕਿਉਂਕਿ ਇਹ ਆਵਾਜ਼ ਗੁਰੂ ਦੀ ਆਵਾਜ਼ ਹੈ। ਅੰਮ੍ਰਿਤ ਛਕਣ ਵਾਸਤੇ ਕਹਿਣਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਵਾਜ਼। ਸਿੱਖੀ ਸਰੂਪ ਨੂੰ ਸੰਭਾਲਣਾ ਕਲਗੀਧਰ ਸਾਹਿਬ ਜੀ ਦੀ ਆਵਾਜ਼ ਹੈ। ਕਿਸੇ ਰਾਹੀਂ ਵੀ ਆ ਰਹੀ ਹੈ, ਕੌੜੀ ਨਹੀਂ ਲੱਗਣੀ ਚਾਹੀਦੀ, ਕਿਉਂਕਿ ਇਹਦੇ ਤੋਂ ਬਿਨਾਂ ਆਪਣੀ ਹੀ ਸੋਚ ਸੁਭਾਅ ਦੇ ਜਾਲ ਵਿੱਚ ਫਸ ਜਾਂਦੇ ਹਾਂ। ਸਭ ਮੋਹੀ ਮਾਇਆ ਜਾਲ ਜੀਓ। ਇਹ ਰੌਂਗ ਅਟੈਂਸ਼ਨ ਵਿੱਚੋਂ ਨਿਕਲਦੀ ਹੈ, ਕੁਸੰਗ ਵਿੱਚੋਂ ਨਿਕਲਦੀ ਹੈ। ਜਿਨ੍ਹਾਂ ਘਰਾਂ ਵਿੱਚ ਮਾਪਿਆਂ ਦੇ ਆਗਿਆਕਾਰੀ ਬੱਚੇ ਰਹੇ ਨੇ, ਮਾਪਿਆਂ ਦੀ ਗੱਲ ਮੰਨਦੇ ਰਹੇ ਨੇ, ਮਾਪਿਆਂ ਨੇ ਉਹਨਾਂ ਅੰਦਰ ਸੰਸਕਾਰ ਭਰੇ ਨੇ, ਉਹਨਾਂ ਨੂੰ ਕੁਸੰਗ ਖਿੱਚ ਕੇ ਨਹੀਂ ਲੈ ਸਕੀ। ਉਹਨਾਂ ਦੇ ਕੇਸਾਂ ਦੀ ਬੇਅਦਬੀ ਨਹੀਂ ਹੋਈ ਕਦੀ। ਉਹ ਸਿੱਖੀ ਸਰੂਪ ਤੋਂ ਬਾਹਰ ਨਹੀਂ ਜਾਂਦੇ। ਜਿਹੜੇ ਕੁਸੰਗ ਵਿੱਚ ਮੋਹੇ ਜਾਂਦੇ ਨੇ ਨਾ, ਕੁਸੰਗ ਵਿੱਚ ਖਿੱਚੇ ਜਾਂਦੇ ਨੇ, ਉਹ ਰੌਂਗ ਅਟੈਂਸ਼ਨ ਕੁਸੰਗ ਦੇ ਪ੍ਰਭਾਵ ਵਾਲੀ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੀ ਹੈ। ਕਿਉਂ? ਉਹ ਗੁਰੂ ਦੀ ਆਵਾਜ਼ ਨੂੰ ਨਹੀਂ ਸਮਝੇ। ਅਸੀਂ ਗੁਰਸਿੱਖ ਹਾਂ, ਗੁਰੂ ਦੇ ਪੁੱਤਰ ਹਾਂ, ਗੁਰੂ ਦੀਆਂ ਧੀਆਂ ਹਾਂ, ਗੁਰੂ ਦੇ ਉਪਦੇਸ਼ ਮੰਨਣੇ ਨੇ। ਸਤਿਗੁਰ ਬਾਝ ਨਾ ਪਾਇਓ, ਸਭ ਮੋਹੀ ਮਾਇਆ ਜਾਲ ਜੀਓ। ਸਤਿਗੁਰ ਸਰੂਪ ਤੋਂ ਬਿਨਾਂ, ਗੁਰੂ ਦੀ ਆਵਾਜ਼ ਤੋਂ ਬਿਨਾਂ ਸਾਰੇ ਆਪਣੀਆਂ ਸੋਚਾਂ ਦੇ ਰੌਂਗ ਅਟੈਂਸ਼ਨ ਦੇ ਜਾਲ ਵਿੱਚ ਫਸ ਗਏ ਨੇ। ਇਸ ਲਈ ਸਤਿਗੁਰ ਕੋ ਬਲ ਜਾਈਐ। ਮੇਰੇ ਗੁਰੂ ਸਾਹਿਬ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੇਰੇ ਗੁਰੂ ਦੀ ਆਵਾਜ਼ ਜੋ ਹੈ ਸਤਿਗੁਰ ਸਰੂਪ ਹੈ। ਮੈਂ ਆਪਣੇ ਗੁਰੂ ਸਰੂਪ ਤੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰ ਸਰੂਪ ਤੋਂ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਤਿਗੁਰ ਸਰੂਪ ਤੋਂ ਬਲਿਹਾਰ ਜਾਂਦਾ ਹਾਂ। ਆਖੋ ਵਾਹਿਗੁਰੂ। ਸਤਿਗੁਰ ਕੋ ਬਲ ਜਾਈਏ। ਜਿਤ ਮਿਲਿਆ ਪਰਮਗਤ ਪਾਈਐ। ਜਦੋਂ ਗੁਰੂ ਦੇ ਸਤਿਗੁਰ ਸਰੂਪ ਨਾਲ ਮਿਲਾਪ ਹੁੰਦਾ ਨਾ, ਗੁਰੂ ਦੀ ਆਵਾਜ਼ ਚੰਗੀ ਲੱਗਦੀ ਹੈ, ਫਿਰ ਇਸ ਸੁਭਾਅ ਨੂੰ ਉੱਪਰਲਾ ਲੈਵਲ ਮਿਲ ਜਾਂਦਾ। ਉਹਨੂੰ ਪਰਮਗਤ ਕਹਿੰਦੇ ਨੇ, ਚੰਗੀ ਗਤ, ਚੰਗੀ ਅਵਸਥਾ। ਇਸ ਸੋਚ ਨੂੰ ਚੰਗੀ ਅਵਸਥਾ ਮਿਲ ਜਾਂਦੀ ਹੈ, ਭਾਵਨਾਵਾਂ ਚੰਗੀਆਂ ਬਣ ਜਾਂਦੀਆਂ ਨੇ। ਜਦੋਂ ਸੋਚ, ਸੁਭਾਅ, ਭਾਵਨਾਵਾਂ, ਜਜ਼ਬੇ, ਇੱਛਾਵਾਂ, ਵਿਚਾਰਧਾਰਾ ਇਹ ਚੰਗੀ ਹੋ ਗਈ ਨਾ, ਫਿਰ ਜੀਵਨ ਆਪੇ ਹੀ ਚੰਗਾ ਹੋ ਜਾਂਦਾ। ਆਖੋ ਵਾਹਿਗੁਰੂ। ਸੁਰ ਨਰ ਮਨ ਜਨ ਲੋਚਦੇ, ਸੋ ਸਤਿਗੁਰ ਦੀਆ ਬੁਝਾਏ ਜੀਓ। ਜੇ ਕੋਈ ਭਗਤੀ ਕਰਦਾ ਸੀ, ਦੇਵੀ ਦੇਵਤੇ ਭਗਤ ਜਿੰਨੇ ਵੀ ਕੋਈ ਮੁਨੀ ਜਨ ਸੀ, ਉਹ ਦਰਅਸਲ ਉਸ ਜੀਵਨ ਨੂੰ ਲੋਚਦੇ ਸੀ ਜਿਹੜਾ ਜੀਵਨ ਰੱਬ ਨੂੰ ਚੰਗਾ ਲੱਗੇ। ਕਿੰਨੇ ਸੌਖੇ ਤਰੀਕੇ ਨਾਲ ਮੇਰੇ ਗੁਰੂ ਸਾਹਿਬ ਨੇ ਸਮਝਾ ਦਿੱਤਾ, ਮੇਰੇ ਗੁਰੂ ਦੀ ਆਵਾਜ਼ ਨੇ ਸਮਝਾ ਦਿੱਤਾ, ਸਤਿਗੁਰ ਸਰੂਪ ਨੇ ਸਮਝਾ ਦਿੱਤਾ। ਉਹ ਸਤਿਗੁਰ ਸਰੂਪ ਰੱਬ ਦੀ ਆਵਾਜ਼ ਹੈ, ਰੱਬੀ ਬਾਣੀ ਹੈ, ਬ੍ਰਹਮ ਦੀ ਬਾਣੀ ਹੈ। ਇਸ ਲਈ ਵਾਹ ਵਾਹ ਬਾਣੀ ਨਿਰੰਕਾਰ ਹੈ। ਸਾਹਿਬੇ ਕਮਾਲ ਮਰਦ ਅਗੰਮੜੇ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਹਜ਼ੂਰ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕਰਕੇ ਆਪ ਖੁਦ ਮੱਥਾ ਟੇਕ ਕੇ ਗੁਰਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਗੁਰਬਾਣੀ, ਗੁਰੂ ਦੇ ਉਪਦੇਸ਼, ਗੁਰਸਿੱਖੀ, ਗੁਰਮਤ ਸਾਡੀ ਜ਼ਿੰਦਗੀ ਹੈ। ਆਖੋ ਕੌਮ ਨੂੰ ਚੜ੍ਹਦੀ ਕਲਾ, ਕੌਮ ਨੂੰ ਏਕਤਾ ਇਤਫਾਕ ਗੁਰਬਾਣੀ ਵਿੱਚੋਂ ਮਿਲਣਾ। ਲੋੜ ਹੈ ਘਰ ਘਰ ਤੱਕ ਗੁਰਬਾਣੀ ਦੇ ਉਪਦੇਸ਼ ਪਹੁੰਚਾਉਣ ਦੀ। ਜਿਤਨੇ ਵੀ ਅਰਥਾਂ ਸਮੇਤ ਸਹਿਜ ਪਾਠ ਨਾਲ ਜੁੜੇ ਹੋ, ਯਤਨ ਕਰੋ, ਲਿਸਟ ਬਣਾਓ। ਤੁਹਾਡੇ ਪਰਿਵਾਰ ਦਾ, ਤੁਹਾਡੇ ਸ਼ਰੀਕੇ ਵਿੱਚੋਂ, ਰਿਸ਼ਤੇਦਾਰਾਂ ਵਿੱਚੋਂ ਕੋਈ ਐਸਾ ਪਰਿਵਾਰ ਤਾਂ ਨਹੀਂ ਜਿਹਨੂੰ ਨਹੀਂ ਪਤਾ ਲੱਗਿਆ, ਜਿਹੜਾ ਸਹਿਜ ਪਾਠ ਅਰਥਾਂ ਸਮੇਤ ਨਹੀਂ ਕਰ ਰਿਹਾ। ਉਹਨੂੰ ਪ੍ਰੇਰਿਤ ਕਰੋ, ਦੱਸੋ, ਵਾਰ-ਵਾਰ ਪ੍ਰੇਰਿਤ ਕਰੋ। ਜ਼ਰੂਰ ਅਸਰ ਪਵੇਗਾ। ਜਦੋਂ ਅਸਰ ਪੈ ਗਿਆ, ਤੁਸੀਂ ਖੁਦ ਪ੍ਰਚਾਰਕ ਬਣ ਗਏ ਅਤੇ ਉਹ ਜੁੜ ਜਾਣਗੇ। ਉਹਨਾਂ ਦਾ ਜੋੜਨਾ ਬਹੁਤ ਵੱਡੀ ਸੇਵਾ ਹੋਏਗੀ। ਗੁਰੂ ਸਾਹਿਬ ਖੁਸ਼ ਹੋ ਜਾਂਦੇ ਨੇ।
ਕੋਈ ਵੀ ਸਿੱਖ ਪਰਿਵਾਰ ਅਰਥਾਂ ਸਮੇਤ ਸਹਿਜ ਪਾਠ ਤੋਂ ਵਾਂਝਾ ਨਾ ਹੋਵੇ। ਕੋਈ ਵੀ ਬੱਚਾ ਵਾਂਝਾ ਨਾ ਹੋਵੇ। ਤੁਹਾਡੇ ਸ਼ਰੀਕੇ ਵਿੱਚ, ਤੁਹਾਡੀ ਰਿਸ਼ਤੇਦਾਰੀਆਂ 'ਚ ਕਿੰਨੇ ਬੱਚੇ ਨੇ? ਨਜ਼ਰ ਮਾਰੋ ਉਹਨਾਂ 'ਚ ਕੋਈ ਬੱਚਾ ਐਸਾ ਤਾਂ ਨਹੀਂ ਜਿਹਨੂੰ ਗੁਰਬਾਣੀ ਦਾ ਪਿਆਰ ਨਹੀਂ, ਗੁਰਸਿੱਖੀ ਦਾ ਪਿਆਰ ਨਹੀਂ, ਗੁਰਮਤਿ ਦਾ ਪਿਆਰ ਨਹੀਂ। ਆਪਣੇ ਘਰ ਸੱਦ ਲਓ ਜਾਂ ਉਹਨਾਂ ਦੇ ਘਰ ਚਲੇ ਜਾਓ। ਬੱਚਿਆਂ ਨੂੰ ਪ੍ਰੇਰਿਤ ਕਰੋ, ਬੱਚਿਆਂ ਨੂੰ, ਟੀਨਏਜਰਸ ਨੂੰ, ਯੂਥ ਨੂੰ ਗੁਰਮਤਿ ਗੁਰਸਿੱਖੀ ਨਾਲ ਜੋੜਨਾ ਕੌਮ ਦੀ ਚੜ੍ਹਦੀ ਕਲਾ ਦੀ ਬੀਜ ਬੀਜਣੇ ਨੇ। ਨੌਜਵਾਨ ਵੀਰੋ, ਹਰ ਸ਼ਹਿਰ ਵਿੱਚ ਇੱਕ ਜਥਾ ਬਣਾਓ, ਘਰ ਘਰ ਤੱਕ ਸੰਦੇਸ਼ ਪਹੁੰਚਾਓ। ਨੌਜਵਾਨਾਂ ਦੀ ਸ਼ਕਤੀ ਬੱਚਿਆਂ ਨੂੰ, ਟੀਨਏਜਰਸ ਨੂੰ ਗੁਰਬਾਣੀ ਨਾਲ ਜੋੜ ਸਕਦੀ ਹੈ। ਸਭ ਤੋਂ ਉੱਤਮ ਕਾਰਜ ਹੈ ਗੁਰਬਾਣੀ ਦੇ ਸਿਧਾਂਤ ਘਰ ਘਰ ਤੱਕ ਪਹੁੰਚਣ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ